मैं तो तुहानूं हत्थ जोड़ के बेनती करदी हाँ भी तुसीं अपना अपना पिंड आप संभो। ਪ੍ਰਸ਼ਾਸਨ ਸਾਨੂੰ ਇਹ ਗੱਲ ਕਹਿ ਰਿਹਾ ਸੀ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਓ। ਹੁਣ ਸਬੂਤ ਦੇਤਾ ਜੀ। ਠੀਕ ਆ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਹਾਂ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿੰਨੇ ਇੱਥੇ ਵੀ ਲਾਈਵ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲਿਆਂ ਨੂੰ ਹੁਣ ਸਬੂਤ ਵੀ ਦੇਤੇ ਆ। ਪੁਲਿਸ ਵਾਲਿਆਂ ਨੂੰ ਵੀ ਸਾਰਾ ਕੁਝ ਪਤਾ ਸੀ ਪਰ ਹੁਣ ਅਸੀਂ ਕਹਿ ਕੇ ਵੀ ਅੱਕ ਚੁੱਕੇ ਸੀ। ਹੁਣ ਅਸੀਂ ਕਹਿਣਾ ਵੀ ਬੰਦ ਕਰਤਾ ਸੀਗਾ ਪੁਲਿਸ ਨੂੰ। क्यों नहीं कोई तिन्ना सरकारां चों पहुंचा भी साडे तक 4 दिन हो गए मीडिया साडे कोल पहुंच रहा है। तिन्ना सरकारां दे विचों किहड़ा साडे कोल MLA आयागा? इहदा मतलब तिन्ने सरकारां चाहुंदियां ही इह ने भी साडा ते चिट्टा विके यही चाहुंदियां ने। ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਬੰਦੇ ਉਹਨਾਂ ਨੂੰ ਦੇ ਕੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ। ਠੀਕ ਆ ਮੈਨੂੰ ਕਿਸੇ ਨੇ ਇਹ ਫੋਨ ਕਰਕੇ ਵੀ ਨਹੀਂ ਕਿਹਾ ਵੀ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਆ, ਤੁਹਾਨੂੰ ਕੋਈ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜੇ ਆ। MLA ਨੇ ਵਾਲੀ MP ਨੇ ਤੁਹਾਡੇ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਕਦੇ ਗੱਲਬਾਤ ਹੋਈ ਇਸ ਮਸਲੇ ਤੇ? ਸਰ ਉਹਨਾਂ ਦਾ ਤਾਂ ਤੁਸੀਂ ਸਾਡੇ ਸਾਹਮਣੇ ਨਾ ਹੀ ਨਾ ਲਵੋ ਤਾਂ ਵਧੀਆ ਗੱਲ ਆ। ਬੰਦੇ ਨੇ 5 ਸਾਲਾਂ ਦੇ ਵਿੱਚ ਕਿਸੇ ਪਿੰਡ ਨੂੰ ਆ ਕੇ ਨਹੀਂ ਪੁੱਛਿਆ ਤੇ ਹੁਣ ਉਹ ਕੀ ਪੁੱਛ ਲੂਗਾ? ਠੀਕ ਆ ਸਾਨੂੰ MP ਤੋਂ ਹੱਥ ਜੋੜ ਕੇ ਬੇਨਤੀ ਆ ਸਾਡੇ ਪਿੰਡ ਆਉਣ ਬਣਾ, ਸਾਨੂੰ ਉਹਨਾਂ ਦੀ ਲੋੜ ਵੀ ਹੈ ਨਹੀਂ। ਭਰਾਵੋ ਜੇ ਘੱਟੋ ਘੱਟ ਤੁਹਾਡੇ ਬੱਚੇ ਬਾਹਰ ਨੇ ਮੈਨੂੰ ਐਂ ਦੱਸੋ 20-20 ਲੱਖ ਰੁਪਇਆ ਕਿਹੜਾ ਨਾਰਮਲ ਗਰੀਬ ਪਰਿਵਾਰ ਦਾ ਲਾ ਦੂਗਾ ਕੋਈ? ਅਕਸਰ ਤੁਸੀਂ ਦੇਖਦੇ ਰਹਿੰਦੇ ਹੋ ਅਖਬਾਰਾਂ 'ਚ ਫੋਟੋ ਆਉਂਦੀਆਂ ਨੇ ਜਾਂ TV ਤੇ ਵੀ ਤੁਸੀਂ ਖਬਰਾਂ ਚੱਲਦੀਆਂ ਦੇਖਦੇ ਰਹਿੰਦੇ ਹੋ ਤਾਂ ਉੱਥੇ ਕੀ ਹੁੰਦਾ ਕਿ ਜਦੋਂ ਪੁਲਿਸ ਕਿਸੇ ਤੋਂ ਕੋਈ ਨਸ਼ਾ ਫੜ ਲੈਂਦੀ ਆ, ਡਰੱਗ ਮਨੀ ਫੜ ਲਈ, ਹਥਿਆਰ ਫੜ ਲਏ, ਕੋਈ ਵੀ ਜਿਹੜੀ ਨਜਾਇਜ਼ ਚੀਜ਼ ਆ ਫੜ ਲਈ ਤੇ ਪੁਲਿਸ ਸਾਹਮਣੇ ਚੀਜ਼ਾਂ ਰੱਖ ਕੇ ਪੁਲਿਸ ਦੇ ਵੱਡੇ ਅਫਸਰ ਦੱਸ ਰਹੇ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਉਹ। ਪਰ ਪਿੱਛੇ ਜੇ ਇੱਕ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਪੰਜਾਬ ਦੀ ਇੱਕ ਪਿੰਡ ਦੀ ਸਰਪੰਚ ਨੇ ਜਦੋਂ ਕਾਨੂੰਨ ਹੱਥ ਖੜੇ ਕਰ ਗਿਆ, ਪੁਲਿਸ ਹੱਥ ਖੜੇ ਕਰ ਗਈ, ਸਰਕਾਰ ਹੱਥ ਖੜੇ ਕਰ ਗਈ। ਇੱਕ ਪਿੰਡ ਦੀ ਸਰਪੰਚ ਨੇ ਆਪਣੀ ਜੁਰਤ ਦੇ ਨਾਲ ਆਪਣੇ ਪਿੰਡ ਦੇ ਵਿੱਚ ਜਿਹੜੇ ਸਮਗਲਰ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਪੰਚਾਇਤ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ, ਉੱਥੋਂ ਡਰੱਗ ਮਨੀ ਫੜੀ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਸੀ ਨਜਾਇਜ਼ ਜਿਹੜੀਆਂ ਵਸਤੂਆਂ ਸੀ ਉਹ ਸਾਹਮਣੇ ਰੱਖ ਕੇ ਉਹ ਦੱਸਦੇ ਨੇ ਤੇ ਨਾਲ ਇਹ ਵੀ ਦੱਸਦੇ ਨੇ ਕਿ ਹੁਣ ਇੱਥੇ ਸਾਰਿਆਂ ਦੇ ਹੱਥ ਖੜੇ ਹੋ ਗਏ ਤਾਂ ਕਰਕੇ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਅਸੀਂ ਅੱਗੇ ਆਪ ਆ ਗਏ। ਤਾਂ ਉਹ ਸਰਪੰਚ ਗੁਰਪ੍ਰੀਤ ਕੌਰ ਮੇਰੇ ਨਾਲ ਨੇ, ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਇੱਥੇ ਆਏ ਤੇ ਬਹੁਤ ਧੰਨਵਾਦ ਕਰਦੀ ਆਂਗੀ। ਮੈਡਮ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਜਿੱਥੇ ਸਿਸਟਮ ਹੱਥ ਖੜੇ ਕਰ ਗਿਆ, ਤੁਸੀਂ ਆਪਣੇ ਆਪ ਹੀ ਸਿਸਟਮ ਬਣ ਗਏ। ਤੁਸੀਂ ਆਪਣੇ ਪਿੰਡ ਦੇ ਵਿੱਚੋਂ ਜਿਹੜਾ ਅਹਿਦ ਲਿਆ ਕਿ ਨਸ਼ਾ ਖਤਮ ਕਰਾਂਗੇ ਤੇ ਕਿਸੇ ਸਮਗਲਰ ਨੂੰ ਨਹੀਂ ਰਹਿਣ ਦੇਣਾ ਤੇ ਉਹ ਤੇ ਤੁਸੀਂ ਵਧਾਈ ਦੇ ਪਾਤਰ। ਥੈਂਕ ਯੂ ਜੀ ਬਹੁਤ ਬਹੁਤ। ਸਰ ਅਸੀਂ ਬਹੁਤ ਵਾਰ ਇੱਥੇ ਪ੍ਰਸ਼ਾਸਨ ਨੂੰ ਵੀ ਜਾਂ ਇੱਥੇ ਠਾਣਾ ਪੈਂਦਾ ਸਾਨੂੰ ਹਲਕਾ ਦਾਖਾ ਉਹਨਾਂ ਨੂੰ ਵੀ ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰ ਇੱਦਾਂ ਕਰਕੇ ਸਾਡੇ ਇੱਥੇ ਮੈਂ SSP ਸਾਹਿਬ ਨਾਲ ਵੀ ਮੇਰੀ ਗੱਲ ਹੋਈ ਪਰ ਉਹਦਾ ਸਾਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਪਿੰਡ ਵਾਲੇ ਨੌਜਵਾਨਾਂ ਨੇ ਬਹਿ ਕੇ ਸਾਰਿਆਂ ਨੇ ਮੀਟਿੰਗ ਕੀਤੀ ਵੀ ਆਪਾਂ ਵੀ ਧਰਨਾ ਲਾ ਕੇ ਘੱਟੋ ਘੱਟ ਪ੍ਰਸ਼ਾਸਨ ਨੂੰ ਤਾਂ ਜਾਗਦਾ ਕਰੀਏ। ਉਸ ਤੋਂ ਬਾਅਦ ਜਦੋਂ ਅਸੀਂ ਧਰਨਾ ਲਾਇਆ ਉਸ ਤੋਂ ਬਾਅਦ ਸਾਡੇ ਕੋਲ ਪੁਲਿਸ ਮੀਡੀਆ ਸਾਰਾ ਕੁਝ ਪਹੁੰਚੇ। ਫਿਰ ਅਸੀਂ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਤੇ ਸਾਨੂੰ ਜੋ ਵੀ ਸਮਾਨ ਕੰਪਿਊਟਰਾਈਜ਼ ਕੰਡਾ ਮਿਲਿਆ ਜਾਂ ਛੋਟੇ ਛੋਟੇ ਪਾਊਚ ਮਿਲੇ ਤੇ ਨਗਦੀ ਮਿਲੀ ਜੋ ਡਰੱਗਸ ਦੀ ਸੀਗੀ ਹੈ ਨਾ। ਉਹਨਾਂ ਦੇ ਟੂਮਾਂ ਵਗੈਰਾ ਜੋ ਮਾਮਾ ਦੀਆਂ ਜੋ ਉੱਦਾਂ ਪਰਚੀਆਂ ਤੇ ਉੱਦਾਂ ਹੀ ਨਾਮ ਲਿਖੇ ਹੋਏ ਸਾਰਾ ਕੁਝ ਉੱਦਾਂ ਹੀ ਅਸੀਂ ਸਾਰਾ ਇੱਦਾਂ ਹੀ ਕਾਨਫਰੰਸ ਵਾਂਗੂ ਸਾਰਿਆਂ ਨੂੰ ਫੇਸਬੁੱਕ ਮੁੰਡਿਆਂ ਨੂੰ ਲਾਈਵ ਕਰਕੇ ਸਾਰਾ ਕੁਛ ਅਸੀਂ ਉੱਦਾਂ ਹੀ ਦਿਖਾਇਆ ਵੀ ਆ ਦੇਖੋ ਤੁਸੀਂ ਕਹਿੰਦੇ ਨੇ ਉਹਨਾਂ ਕੋਲ ਤਾਂ ਕੋਈ ਕੁਛ ਨਿਕਲਦਾ ਨਹੀਂ ਕਰਦਾ ਨਹੀਂ ਤੇ ਆ ਇੰਨੀਆਂ ਚੀਜ਼ਾਂ ਵੀ ਅਸੀਂ ਵੀ ਉਹਨਾਂ ਦੇ ਘਰ ਤੋਂ ਹੀ ਕੱਢੀਆਂ ਨੇ। ਪੁਲਿਸ ਹਰ ਵਾਰ ਕਹਿੰਦੇ ਸਾਡੇ ਕੋਲ ਉਹ ਨਹੀਂ ਹੈ ਕਿਸੇ ਅਥਾਰਟੀ ਨਹੀਂ ਵੀ ਅਸੀਂ ਉਹਨਾਂ ਦੇ ਘਰ ਦੇ ਵਿੱਚ ਸਿੱਧਾ ਰੇਡ ਕਰ ਸਕੀਏ ਤੇ ਅਸੀਂ ਪੰਚਾਇਤੀ ਤੌਰ ਤੇ ਪਿੰਡ ਤੌਰ ਤੇ ਅਸੀਂ ਆਪਦੇ ਨਗਰ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅਸੀਂ ਇਹ ਕਦਮ ਚੁੱਕਿਆ। ਪਰ ਕਿੰਨੇ ਕੁ ਤੁਹਾਨੂੰ ਕਦੋਂ ਤੋਂ ਤੁਸੀਂ ਕਿੰਨੀ ਕੁ ਵਾਰ ਪੁਲਿਸ ਕੋਲੇ ਅਪਰੋਚ ਕੀਤੀ ਜਾਂ ਕਿਸੇ ਲੋਕਲ MLA ਕੋਲੇ MP ਕੋਲੇ ਸਰਕਾਰੀ ਦਰਬਾਰੇ ਤੁਸੀਂ ਪੁਲਿਸ ਕੋਲੇ ਜਦੋਂ ਜਾਂਦੇ ਸੀ ਤਾਂ ਕੀ ਕਹਿੰਦੇ ਸੀ? ਪੁਲਿਸ ਕੀ ਕਹਿੰਦੀ ਹੁੰਦੀ ਸੀ? ਸਰ ਇਹ ਕੰਮ ਅੱਜ ਦਾ ਨਹੀਂ ਚੱਲ ਰਿਹਾ ਉਹਨਾਂ ਦਾ ਕਿਉਂਕਿ ਉਹ ਤਾਂ ਬਹੁਤ ਜਾਣੀ ਕਿ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਗਾ। ਇਹ ਨਹੀਂ ਹੈਗਾ ਵੀ ਪੁਲਿਸ ਨੂੰ ਕੁਝ ਵੀ ਨਹੀਂ ਪਤਾ ਵੀ ਉਹ ਕਿਹੜਾ ਅੱਜ ਨਵੀਆਂ ਉੱਠੀਆਂ ਨੇਗੀਆਂ। ਉਹ ਤਾਂ 20-25 ਸਾਲ ਦੀਆਂ ਸੀ, ਪਹਿਲਾਂ ਡੋਡੇ ਵਗੈਰਾ ਵੇਚਦੀਆਂ ਸੀਗੀਆਂ, ਗੋਲੀਆਂ ਵਗੈਰਾ ਵੇਚਦੀਆਂ ਸੀ ਤੇ ਹੁਣ ਉਹ ਚਿੱਟੇ ਨਾਲ ਤਾਂ ਹੁਣ ਤੁਹਾਨੂੰ ਪਤਾ ਹੀ ਉਹਨਾਂ ਦਾ ਸਭ ਕੁਝ ਹੈਗਾ ਗਾ। ਤੇ ਚਲੋ ਪੁਲਿਸ ਵਾਲਿਆਂ ਨੂੰ ਵੀ ਸਾਰਾ ਕੁਝ ਪਤਾ ਸੀ ਪਰ ਹੁਣ ਅਸੀਂ ਕਹਿ ਕੇ ਵੀ ਅੱਕ ਚੁੱਕੇ ਸੀ। ਹੁਣ ਅਸੀਂ ਕਹਿਣਾ ਵੀ ਬੰਦ ਕਰਤਾ ਸੀਗਾ ਪੁਲਿਸ ਨੂੰ ਤੇ ਇਹ ਜੋ ਵੀ ਕਰਿਆ ਅਸੀਂ ਆਪਣੀ ਪੰਚਾਇਤ ਤੌਰ ਤੇ ਆਪਣੇ ਪਿੰਡ ਲੈਵਲ ਤੇ ਤੌਰ ਤੇ ਆਪਦੇ ਨੌਜਵਾਨਾਂ ਨਾਲ ਮਿਲ ਕੇ ਅਸੀਂ ਆਪਣੇ ਪੱਧਰ ਤੇ ਕੰਮ ਕੀਤਾ। ਜਾਣਨਾ ਚਾਹੁੰਦਾ ਕਿ ਜਦੋਂ ਤੁਸੀਂ ਲੋਕਲ ਪੁਲਿਸ ਕੋਲੇ ਜਾਂਦੇ ਸੀ ਤਾਂ ਕੀ ਜਵਾਬ ਹੁੰਦਾ ਸੀ ਪੁਲਿਸ ਦਾ ਕਿ ਅਸੀਂ ਕਿਉਂ ਨਹੀਂ ਉਹਨਾਂ ਨੂੰ ਫੜ ਸਕਦੇ ਜਾਂ ਕਹਿੰਦੇ ਕੀ ਸੀ? ਬਹਾਨਾ ਸੀ ਕੋਈ?
ਸਰ ਬਹਾਨਾ ਇਹੀ ਹੁੰਦਾ ਸੀ ਸਰਪੰਚ ਸਾਹਿਬ ਸਾਨੂੰ ਕੋਈ ਪ੍ਰੂਫ ਦਿਵੋ, ਸਾਨੂੰ ਫੜ ਕੇ ਦਿਵੋ। ਫਿਰ ਅਸੀਂ ਕਹਿੰਦੇ ਸੀ ਵੀ ਸਰ ਅਸੀਂ ਕਿਉਂ ਫੜ ਕੇ ਦਈਏ, ਬਸ ਇਹੀ ਕਹਿ ਦਿੰਦੇ ਸੀ। ਹੁਣ ਅਸੀਂ ਕਿੱਥੋਂ ਫੜ ਕੇ ਦਿੰਦੇ ਉਸ ਟਾਈਮ ਤੇ, ਮਤਲਬ ਹੁਣ ਹੱਦ ਤੋਂ ਵੱਧ ਹੋ ਗਿਆ ਸੀ, ਹੁਣ ਅਸੀਂ ਆਪ ਹੀ ਕੀਤਾ। ਉਹ ਕਹਿ ਦਿੰਦੇ ਸਾਨੂੰ ਸਬੂਤ ਦਿਵੋ, ਹੁਣ ਤਾਂ ਅਸੀਂ ਸਬੂਤ ਵੀ ਦੇਤੇ। ਐਮਐਲਏ ਨੇ ਇਹ ਵਾਲੀ ਐਮਪੀ ਨੇ ਤੁਹਾਡੇ ਰਵਨੀਤ ਸਿੰਘ ਬਿੱਟੂ, ਉਹਨਾਂ ਨਾਲ ਕਦੇ ਗੱਲਬਾਤ ਹੋਈ ਇਸ ਮਸਲੇ ਤੇ? ਸਰ ਉਹਨਾਂ ਦਾ ਤਾਂ ਤੁਸੀਂ ਸਾਡੇ ਸਾਹਮਣੇ ਨਾਂ ਹੀ ਨਾ ਲਵੋ ਤਾਂ ਵਧੀਆ ਗੱਲ ਆ। ਕਿੰਨਾ ਦਾ? ਐਮਪੀ ਸਾਹਿਬ ਦਾ, ਕਿਉਂਕਿ ਬੰਦੇ ਨੇ 5 ਸਾਲਾਂ ਦੇ ਵਿੱਚ ਕਿਸੇ ਪਿੰਡ ਨੂੰ ਆ ਕੇ ਨਹੀਂ ਪੁੱਛਿਆ, ਤੇ ਹੁਣ ਉਹ ਕੀ ਪੁੱਛ ਲੂਗਾ। ਠੀਕ ਆ, ਸਾਨੂੰ ਐਮਪੀ ਤੋਂ ਹੱਥ ਜੋੜ ਕੇ ਬੇਨਤੀ ਆ, ਸਾਡੇ ਪਿੰਡ ਆਉਣ ਬਣਾ, ਸਾਨੂੰ ਉਹਨਾਂ ਦੀ ਲੋੜ ਵੀ ਹੈ ਨਹੀਂ ਗੀ। ਤੇ ਐਮਐਲਏ? ਐਮਐਲਏ ਵਾਲੀ ਹੈਗੇ ਆ, ਹੁਣ ਬਣੇ ਆਂਗੇ। ਠੀਕ ਆ, ਉਹ ਵੀ ਸਾਡੇ ਪਿੰਡ ਦੇ ਵਿੱਚ ਕਾਫੀ ਦਿਨ ਹੋ ਗਏ, ਘੱਟੋ ਘੱਟ 2 ਮਹੀਨੇ ਹੋ ਗਏ, ਉਹ ਵੀ ਆ ਕੇ ਗਏ ਆ। ਉਹਨਾਂ ਨੇ ਵੀ ਇੱਥੇ ਮੁੰਡੇ ਆਏ ਸੀ, ਇਕੱਠ ਹੋਇਆ ਸੀ ਹਲਕੇ ਦਾਖੇ ਦੇ, ਉਹਨਾਂ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਫਿਰ ਵੀ ਜਿੰਨਾ ਵੀ ਦਿੱਤਾ ਸਾਨੂੰ ਸਹਿਯੋਗ ਦਿੱਤਾ ਗਾ, ਉਹਨਾਂ ਦਾ ਤਾਂ ਫਿਰ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਵੀ ਮੁੰਡੇ ਨਸ਼ਾ ਕਰਦੇ ਨੇ ਜਾਂ ਇੱਥੇ ਬਾਹਰੋਂ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਲੈਣ ਆਉਂਦੇ ਨੇ? ਸਰ ਸਾਡੇ ਪਿੰਡ ਦੇ ਵਿੱਚ ਵੀ ਮੁੰਡੇ ਬਹੁਤ ਨਸ਼ਾ ਕਰਦੇ ਨੇਗੇ, ਤੇ ਬਾਹਰੋਂ ਤਾਂ ਬਹੁਤ ਜ਼ਿਆਦਾ, ਜਾਣੀ ਕਿ ਹੁਣ ਤਾਂ ਸਰ ਮਹੀਨੇ ਕੁ ਦੀ ਹੱਦ ਤੋਂ ਵੱਧ ਹੋ ਗਿਆ। ਜਿਵੇਂ ਆਪਾਂ ਕਹਿੰਦੇ ਨੇ ਕੀ ਕਹਿੰਦੇ ਹੁੰਦੇ, ਆਟੇ ਚੱਕੀ ਤੋਂ ਆਟਾ ਮਿਲਦਾ ਹੁੰਦਾ ਗਾ, ਉਸੇ ਤਰ੍ਹਾਂ ਵੀ ਮਤਲਬ ਹੁਣ ਤਾਂ ਘੱਟੋ ਘੱਟ ਪਿੰਡ ਦੇ ਵਿੱਚ, ਜਾਣੀ ਕਿ ਆਹ ਰੋਡ ਸਾਰਾ ਦੇਖ ਰਹੇ ਆ ਆਪਾਂ, ਭਰਿਆ ਹੀ ਰਹਿੰਦਾ ਹੁੰਦਾ ਜੀ। ਘੱਟੋ ਘੱਟ 1000 ਮੁੰਡਾ ਤਾਂ ਨਿੰਗਦਾ ਹੀ ਹੁੰਦਾ ਸੀ ਜੀ ਡੇਲੀ। ਉਹ ਸਾਰੇ ਬਾਹਰਲੇ ਜਿਹੜੇ ਨਸ਼ਾ ਲੈਣ ਵਾਲੇ ਇੱਥੇ? ਹਾਂਜੀ ਸਰ, ਬਾਹਰਲੇ ਜੀਰੇ ਤੱਕ ਤੇ ਸਰ ਸਾਡੇ ਕੋਲ ਇੱਥੇ ਮੁੰਡੇ ਕਹਿੰਦੇ ਹੁੰਦੇ ਸੀ ਵੀ ਜੀਰੇ ਤੱਕ ਜੇ ਕਿਸੇ ਨੇ ਪੁੱਛਣਾ ਵੀ ਬਾਈ ਕਿੱਥੋਂ ਆਏ, ਬਾਈ ਜੀਰੇ ਤੋਂ ਆਏ ਆਂਗੇ। ਜੀਰੇ ਤੱਕ ਤੋਂ ਸਾਡੇ ਪਿੰਡ ਦੇ ਵਿੱਚ ਮੁੰਡੇ। ਅੱਛਾ, ਦਾਖਾਂ ਦੇ ਵਿੱਚ ਜੀਰੇ ਤੱਕ ਤੋਂ ਚਿੱਟਾ ਲੈਣ ਆਉਂਦੇ ਸੀ? ਹਾਂਜੀ, ਜੀਰੇ ਤੱਕ ਤੋਂ। ਹੁਣ ਜਦੋਂ ਬਾਬੇ ਬਹਿੰਦੇ ਆ ਉਹ ਦੱਸਦੇ ਆ ਵੀ ਪੁੱਤ ਜੀਰੇ ਤੱਕ ਤੋਂ ਮੁੰਡੇ ਆਉਂਦੇ ਹੁੰਦੇ ਸੀਗੇ ਇੱਥੇ ਨਸ਼ਾ ਲੈਣ। ਤੇ ਫਿਰ ਤੁਹਾਨੂੰ ਮਤਲਬ ਪਹਿਲਾਂ ਕਈ ਵਾਰ ਇਹ ਹੁੰਦਾ ਵੀ ਪੱਲਾ ਬੰਦਾ ਹੁੰਦਾ ਐ ਸਿੱਧਾ ਪੰਗਾ ਸਮਗਲਰ ਨਾਲ, ਤਾਂ ਖਾਸ ਕਰਕੇ ਲੈਣ ਤੋਂ, ਸਿੱਧਾ ਪੰਗਾ ਲੈਣ ਤੋਂ ਡਰਦਾ ਹੁੰਦਾ। ਪਹਿਲਾਂ ਤੁਸੀਂ ਕਾਫੀ ਟਾਈਮ ਦੇ ਸੋਚ ਵਿਚਾਰ ਕਰ ਰਹੇ ਸੀ, ਸਿੱਧਾ ਹੀ ਤੁਸੀਂ ਐਕਸ਼ਨ ਹੀ ਕੀਤਾ ਫਿਰ ਇਹਨਾਂ ਤੇ? ਸਰ ਨਹੀਂ ਸੋਚਿਆ ਮੈਂ ਕੁਝ ਵੀ ਨਹੀਂ, ਨਾ ਕੋਈ ਉਹਦੇ ਬਾਰੇ ਕੁਝ ਕੀਤਾ, ਬਸ ਸਿੱਧਾ ਐਕਸ਼ਨ ਤੇ ਹੀ ਆ ਗਏ ਵੀ ਹੁਣ ਤਾਂ ਕਹਿੰਦੇ ਹੁੰਦੇ ਆ ਸਿਰੋਂ ਪਾਣੀ ਲੰਘ ਚੁੱਕਿਆ ਸੀ। ਹੁਣ ਇੰਨਾ ਜਾਣੀ ਕਿ ਅੰਦਰ ਗੁੱਸਾ ਭਰਿਆ ਹੋਇਆ ਸੀਗਾ, ਹੁਣ ਤਾਂ ਸਿੱਧਾ ਐਕਸ਼ਨ ਤੇ ਹੀ ਕੀਤਾ, ਸੋਚਿਆ ਸੀ ਕੁਝ ਵੀ ਨਹੀਂ ਹੈਗਾ। ਪਿੰਡ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਅਖਬਾਰਾਂ 'ਚ ਫੋਟੋ ਆਈ ਜਾਂਦੀਆਂ ਨੇ, ਮਤਲਬ ਬਾਂਹ 'ਚ ਸਿਰਿੰਜ ਹੁੰਦੀ ਆ, ਮੁੰਡਾ ਮਰਿਆ ਪਿਆ ਹੁੰਦਾ ਕੋਈ ਨੌਜਵਾਨ, ਤਾਂ ਪਿੰਡ ਦੇ ਵਿੱਚ ਇਸ ਤਰ੍ਹਾਂ ਤਾਂ ਨਹੀਂ ਕੋਈ ਮਤਲਬ ਕੋਈ ਮੰਦਭਾਗੀ ਘਟਨਾ ਹੋਈ ਕਿ ਨਸ਼ੇ ਕਾਰਨ ਪਿੰਡ 'ਚ ਜਾਨਾਂ ਜਾਂਦੀਆਂ ਹੋਣ? ਹਾਂਜੀ ਸਰ, ਸਾਡੇ ਪਿੰਡ ਨਾ ਇੱਕ ਕੀ ਨਾਮ ਸੀ ਉਹਦਾ ਮੁੰਡੇ ਦਾ, ਕਮਲਦੀਪ, ਕਮਲਦੀਪ ਮੁੰਡਾ ਸੀ ਸਰ। ਉਹਦੀ ਬੀਕਾਮ ਕੀਤੀ ਹੋਈ ਸੀ, ਪ੍ਰੋਫੈਸਰ ਲਾਈਨ ਦੇ ਵਿੱਚ ਸੀ ਮੁੰਡਾ, ਕਹਿੰਦਾ ਕਹਾਉਂਦਾ ਸੀਗਾ। ਮਤਲਬ ਉਹ ਮੁੰਡਾ ਮੇਰੇ ਹਜੇ ਤੱਕ ਵੀ ਨਹੀਂ ਭੁੱਲਦਾ, ਇੰਨਾ ਸੋਹਣਾ ਸੁਨੱਖਾ। ਜਾਣੀ ਕਿ ਉਹ ਮੁੰਡੇ ਦੀ ਜਦੋਂ ਡੈਥ ਹੋਈ, ਮੇਰੇ ਹਸਬੈਂਡ ਨੇ ਜਾ ਕੇ ਜਾਣੀ ਕਿ ਪੰਚਾਇਤ ਨੂੰ ਨਾਲ ਲੈ ਕੇ, ਉਹ ਮੁੰਡੇ ਦੇ ਨਸ ਦੇ ਵਿੱਚ ਹੀ ਟੀਕਾ ਲੱਗਿਆ ਰਹਿ ਗਿਆ ਸੀਗਾ ਵੀ ਉਹਨੂੰ ਅਸੀਂ ਘੱਟੋ ਘੱਟ ਮੇਰੇ ਪਿੰਡ ਦੇ ਵਿੱਚ ਸਰ 15 ਮੁੰਡਿਆਂ ਦੀ ਡੈਥ ਹੋ ਚੁੱਕੀ ਆ ਚਿੱਟੇ ਨਸ਼ੇ ਕਰਕੇ? ਨਸ਼ੇ ਕਰਕੇ। ਆ ਘੱਟੋ ਘੱਟ 5-7 ਸਾਲਾਂ ਦੇ ਵਿੱਚ 15 ਮੁੰਡੇ ਜਾਨਾਂ ਗਵਾ ਚੁੱਕੇ ਨੇਗੇ। ਜਦੋਂ ਦੀ ਨਵੀਂ ਸਰਕਾਰ ਬਣੀ ਉਦੋਂ ਦਾ ਕਿਵੇਂ ਕੋਈ ਅਸਰ ਹੈਗਾ, ਕੋਈ ਸਖਤਾਈ ਹੈਗੀ ਹੈ? ਸਰ ਨਹੀਂ, ਜਦੋਂ ਦੀ ਨਵੀਂ ਸਰਕਾਰ ਮਿਲੀ ਆ ਉਦੋਂ ਤਾਂ ਜਾਣੀ ਕਿ ਹੱਦੋਂ ਵੱਧ ਹੀ, ਜਾਣੀ ਕਿ ਹੱਦੋਂ ਤੋਂ ਵੱਧ ਹੀ ਹੋ ਗਿਆ। ਜਾਣੀ ਕਿ ਜਾਂ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਸਰਕਾਰ ਹਜੇ ਟਿਕ ਨਹੀਂ ਰਹੀ ਹੈਗੀ, ਪ੍ਰਸ਼ਾਸਨ ਨਹੀਂ ਹਜੇ ਆਪਣੇ ਆਪ ਨੂੰ ਸਾਂਭ ਪਾ ਰਿਹਾ, ਪਤਾ ਨਹੀਂ ਉਹਦੀ ਕਰਕੇ, ਪਤਾ ਨਹੀਂ ਕਿੱਦਾਂ ਵੀ, ਹੁਣ ਤਾਂ ਹੱਦ ਤੋਂ ਵੱਧ ਹੀ ਹੋ ਗਿਆ। ਪਰ ਉਹਨਾਂ ਦਾ ਦਾਅਵਾ ਤਾਂ ਬਹੁਤ ਵੱਡਾ ਸੀ ਨਾ, ਆ ਕੇ ਕਿ ਅਸੀਂ ਦਿਨਾਂ 'ਚ ਮਤਲਬ ਖਤਮ ਕਰ ਦਿਆਂਗੇ ਨਸ਼ਾ। ਤਾਂ ਨਸ਼ੇ ਵਾਲੇ ਮਾਮਲੇ ਤਾਂ ਬਹੁਤ ਵੱਡਾ ਦਾਅਵਾ ਸੀ ਉਹਨਾਂ ਦਾ, ਅਸੀਂ ਆਏ ਤੇ ਦਿਨਾਂ 'ਚ ਨਸ਼ਾ ਖਤਮ ਕਰ ਦਿਆਂਗੇ। ਉਹ ਤਾਂ ਐਂ ਕਹਿੰਦੇ ਹੁੰਦੇ ਸੀ ਝਾੜੂ ਵਾਲੇ ਤਾਂ। ਸਰ ਜੇ ਦਾਅਵੇ ਅੱਜ ਪੂਰਨ ਪਏ ਹੁੰਦੇ ਤਾਂ ਸਾਨੂੰ ਐਡੇ ਵੱਡੇ ਐਕਸ਼ਨ ਲੈਣ ਦੀ ਲੋੜ ਨਹੀਂ ਸੀ ਹੈਗੀ। ਜੇ ਦਾਅਵੇ ਅੱਜ ਪੂਰੇ ਪਏ ਹੁੰਦੇ, ਸਾਨੂੰ ਐਡੀ ਵੱਡੀ ਡਿਸੀਜਨ ਲੈਣ ਦੀ, ਅੱਜ ਸਾਨੂੰ ਪ੍ਰਸ਼ਾਸਨ ਦੇ ਵਿਰੁੱਧ, ਸਰਕਾਰ ਦੇ ਵਿਰੁੱਧ ਅੱਜ ਸਾਨੂੰ ਖੜੇ ਹੋਣ ਦੀ ਲੋੜ ਨਹੀਂ ਹੁੰਦੀ। ਜਿਹੜਾ ਤੁਸੀਂ ਕਹਿ ਰਹੇ ਹੋ, ਤੁਸੀਂ ਕਾਨਫਰੰਸ ਲਾ ਕੇ ਅਸੀਂ ਸਾਰਾ ਸਾਜੋ ਸਮਾਨ ਉਹਨਾਂ ਦੇ ਸਜਾਇਆ ਨਾ, ਸਾਨੂੰ ਉਹ ਵੀ ਸਜਾਉਣ ਦੀ ਲੋੜ ਨਹੀਂ ਸੀ ਪੈਣੀ। ਇਹ ਤਾਂ ਫਿਰ ਪ੍ਰਸ਼ਾਸਨ, ਸਰਕਾਰ ਨੇ ਆਪ ਹੀ ਸਾਰਾ ਕੁਝ ਕਰਨਾ ਸੀਗਾ। ਜਦੋਂ ਆ ਤੁਸੀਂ ਐਕਸ਼ਨ ਜਿਹੜਾ ਤੁਸੀਂ ਕੀਤਾਗਾ, ਪਰ ਕਿਉਂਕਿ ਪਿਛਲੇ 3-4 ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਸ਼ਲਾਘਾ ਹੋ ਰਹੀ ਆ, ਤਾਂ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ, ਸਰਕਾਰ ਦੀ ਵਿੱਚੋਂ ਕਿਸੇ ਨੇ ਕੋਈ ਹੌਸਲਾ ਵਧਾਇਆ ਜਾਂ ਕਿਸੇ ਨੇ ਕਿਹਾ ਕਿ ਹਾਂ ਅਸੀਂ ਤੁਹਾਡਾ ਸਾਥ ਦੇਵਾਂਗੇ? ਸਰ ਨਾ ਤਾਂ ਕਿਸੇ ਕਾਂਗਰਸ ਪਾਰਟੀ ਨੇ, ਨਾ ਕਿਸੇ ਅਕਾਲੀ ਦਲ ਦੇ ਐਮਐਲਏ ਨੇ, ਨਾ ਕਿਸੇ ਝਾੜੂ ਦੇ ਐਮਐਲਏ ਨੇ ਹਜੇ ਤੱਕ ਮੈਨੂੰ ਫੋਨ ਕਰਕੇ ਇਹ ਵੀ ਨਹੀਂ ਕਿਹਾ ਵੀ ਸਾਵਾਸੇ ਸਰਪੰਚ ਸਾਹਿਬ ਤੁਸੀਂ ਐਡਾ ਵੱਡਾ ਕੰਮ ਕਰਤਾ, ਅਸੀਂ ਤੁਹਾਡੇ ਨਾਲ ਆ। ਨਾ। ਕੀ ਲੱਗਦਾ ਆਉਣ ਵਾਲੇ ਸਮੇਂ 'ਚ, ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਨੇ ਨਸ਼ੇ ਦੇ ਨਾਲ, ਤੇ ਸਰਕਾਰ ਤੋਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਉਮੀਦਾਂ ਹੈ ਨਹੀਂ, ਤਾਂ ਫਿਰ ਤਾਂ ਹਰ ਇੱਕ ਨੂੰ ਲੋੜ ਆ ਕਿ ਸਰਪੰਚ ਤੁਹਾਡੇ ਵਰਗਾ ਹੋਵੇ, ਆਪਣਾ ਆਪਣਾ ਪਿੰਡ ਸਾਂਭੇ? ਕੀ ਸੁਨੇਹਾ ਤੁਸੀਂ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਸੁਨੇਹਾ ਸਰ ਮੈਂ ਲੋਕਾਂ ਨੂੰ ਇਹੀ ਦੇਣਾ ਚਾਹਾਂ ਵੀ ਪਿੰਡਾਂ ਦੇ ਵਿੱਚ ਸਰਪੰਚ ਬਣੇ ਹੋਏ ਆ, ਲੇਡੀਜ਼ ਆ, ਜੈਂਟਸ, ਮੈਂ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਤੁਸੀਂ ਆਪਣਾ ਆਪਣਾ ਪਿੰਡ ਆਪ ਸਾਂਭੋ। ਠੀਕ ਆ, ਅੱਜ ਤਿੰਨੋਂ ਹੀ ਸਰਕਾਰਾਂ ਦੇ ਵਿੱਚੋਂ ਕਿਸੇ ਨੇ ਸਾਨੂੰ ਵਧਾਈ ਦਾ ਪੱਤਰ ਨਹੀਂ, ਕਿਸੇ ਨੇ ਸਾਨੂੰ ਪਿੰਡ ਦੇ ਵਿੱਚ ਹੌਸਲਾ ਅਫਜ਼ਾਈ ਨਹੀਂ ਦਿੱਤੀ। ਇਹਦਾ ਮਤਲਬ ਤਿੰਨੇ ਸਰਕਾਰਾਂ ਚਾਹੁੰਦੀਆਂ ਹੀ ਇਹ ਨੇ ਵੀ ਸਾਡਾ ਤਾਂ ਚਿੱਟਾ ਵਿਕੇ, ਇਹੀ ਚਾਹੁੰਦੀਆਂ ਨੇ।
ਜੇ ਨਾ ਚਾਹੁੰਦੀ ਹੁੰਦੀ ਘੱਟੋ ਘੱਟ ਸਾਡੇ ਕੋਲ ਕੋਈ ਆ ਕੇ ਖੜਦਾ ਸਾਡੇ ਨਾਲ, ਜਿਵੇਂ ਤੁਸੀਂ ਕਾਨਫਰੰਸ ਕਰਨਾ ਹੈ, ਘੱਟੋ ਘੱਟ ਸਾਡੇ ਨਾਲ ਇਦਾਂ ਕੋਈ ਮੀਡੀਆ ਲੈ ਕੇ ਆਉਂਦਾ ਵੀ ਹਾਂਜੀ ਅਸੀਂ ਇਹਨਾਂ ਦੇ ਸਪੋਰਟ ਦੇ ਵਿੱਚ ਖੜੇ ਆ, ਅਸੀਂ ਵੀ ਅੱਜ ਚਿੱਟੇ ਦਾ ਵਿਰੋਧ ਕਰਦੇ ਆ। ਕਿਉਂ ਨਹੀਂ ਕੋਈ ਤਿੰਨਾਂ ਸਰਕਾਰਾਂ ਚੋਂ ਪਹੁੰਚਿਆ ਵੀ ਸਾਡੇ ਤੱਕ? 4 ਦਿਨ ਹੋ ਗਏ ਮੀਡੀਆ ਤੇ ਮੀਡੀਆ ਸਾਡੇ ਕੋਲ ਪਹੁੰਚ ਰਿਹਾ ਗਾ। ਤਿੰਨਾਂ ਸਰਕਾਰਾਂ ਦੇ ਵਿੱਚੋਂ ਕਿਹੜਾ ਸਾਡੇ ਕੋਲ ਐਮਐਲਏ ਆਇਆਗਾ? ਕੋਈ ਸਾਡੇ ਕੋਲ ਐਮਐਲਏ। ਇਹਦਾ ਮਤਲਬ ਸਰਕਾਰਾਂ ਚਾਹੁੰਦੀਆਂ ਨੇ ਵੀ ਸਾਡਾ ਚਿੱਟਾ ਵਿਕੇ, ਇਹੀ ਆ। ਕਿਉਂਕਿ ਜਦੋਂ ਵਿਰੋਧ ਦੇ ਵਿੱਚ ਹੁੰਦੇ ਨੇ ਉਹ ਤਾਂ ਬਹੁਤ ਵੱਡੇ ਦੂਜੇ ਨੂੰ ਤਾਂ ਕੰਡੈਮ ਕਰਦੇ ਨੇ ਕਿ ਅਸੀਂ ਸਾਨੂੰ ਆਉਣ ਦਿਓ, ਫਲਾਣੇ ਵਿਕਾਉਂਦੇ ਨੇ, ਅਸੀਂ ਬੰਦ ਕਰਾਂਗੇ। ਪਰ ਜਦੋਂ ਸਰਕਾਰ 'ਚ ਆ ਜਾਂਦੇ ਨੇ ਫਿਰ ਇਹਨਾਂ ਦੇ ਪਤਾ ਨਹੀਂ ਹੱਥ ਕਿਉਂ ਬੰਨੇ ਜਾਂਦੇ ਨੇ। ਦੇਖੋ ਜੀ, ਦੂਜੇ ਦੀ ਵਿਰੋਧਤਾ ਕਰਨੀ ਬਹੁਤ ਸੌਖੀ ਹੁੰਦੀ ਆ। ਆਪਾਂ ਕਹਿੰਦੇ ਆ ਮੇਰੀ ਸਰਕਾਰ ਬਣ ਦੋ, ਮੈਂ ਇਦਾਂ ਕਰ ਦੂੰ। ਇਹ ਜਦੋਂ ਕੋਈ ਐਮਐਲਏ ਤੇ ਐਲੀਗੇਸ਼ਨ ਲਾਉਂਦਾ ਉਹ ਤਾਂ ਸਾਰੇ ਹੀ ਲਾ ਦਿੰਦੇ ਆਗੇ। ਕੀ ਗੱਲ ਅਸੀਂ ਨਾਰਮਲ ਇਨਸਾਨ ਸੀ? ਅਸੀਂ ਐਡਾ ਵੱਡਾ, ਸਾਰੇ ਪਿੰਡ ਵਾਲਿਆਂ ਨੇ, ਨੌਜਵਾਨਾਂ ਨੇ, ਪਿੰਡ ਵਾਲਿਆਂ ਨੇ ਐਡਾ ਵੱਡਾ ਡਿਸੀਜਨ ਲੈ ਲਿਆ। ਅੱਜ ਸਾਡੇ ਪੱਖ ਦੇ ਵਿੱਚ ਕਿਉਂ ਨਹੀਂ ਕੋਈ ਐਮਐਲਏ ਆ ਕੇ ਖੜਿਆ ਹੈਗਾ? ਵੀ ਕਿਸੇ ਵੀ ਪਾਰਟੀ ਦਾ ਖੜਦਾ, ਚਾਹੇ ਉਹ ਜਿੱਤਿਆ ਹੋਇਆ ਸੀ, ਘੱਟੋ ਘੱਟ ਹਾਰਿਆ ਹੋਇਆ ਸੀ, ਚਾਹੇ ਉਹਦੀ ਸਰਕਾਰ ਹੈਗੀ ਸੀ ਚਾਹੇ ਨਾ ਹੈਗੀ ਸੀ, ਘੱਟੋ ਘੱਟ ਸਾਡੀ ਸਪੋਰਟ 'ਚ ਤਾਂ ਕੋਈ ਆ ਕੇ ਖੜਦਾ ਵੀ ਹਾਂਜੀ ਅੱਜ ਤਾਂ ਤੁਹਾਡੇ ਨਾਲ ਅਸੀਂ ਖੜੇ ਆ। ਕਿਉਂਕਿ ਤਸਕਰਾਂ ਦਾ ਤਾਂ ਇਹ ਵੀ ਹੈ ਨਾ, ਬਹੁਤ ਸਾਰੀ ਥਾਵਾਂ ਤੇ ਅਸੀਂ ਦੇਖਿਆ ਤੇ ਇਹ ਜਿਹੜੇ ਤਸਕਰ ਨੇ ਇਹ ਤਾਂ ਪੁਲਿਸ ਤੱਕ ਨੂੰ ਕੁੱਟ ਦਿੰਦੇ ਨੇ, ਆਮ ਲੋਕਾਂ ਨੂੰ ਤਾਂ ਸਮਝਦੇ ਕੀ ਨੇ ਇਹ। ਤਾਂ ਇੱਥੇ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਲੋੜ ਆ ਤੁਹਾਨੂੰ ਮਤਲਬ ਸਹਾਇਤਾ ਦੇਣ ਦੀ। ਸਰ ਮੈਨੂੰ ਕੋਈ ਵੀ ਸਪੋਰਟ ਨਹੀਂ ਮਿਲੀ ਕਿਸੇ ਪਾਸਿਓਂ। ਮੈਂ ਲੇਡੀ ਸਰਪੰਚ ਆਂਗੀ, ਮੇਰੇ ਹਸਬੈਂਡ ਦੀ ਡੈਥ ਹੋਈ ਆ 20 ਦੇ ਵਿੱਚ ਹੋਈ ਆ, 2 ਸਾਲ ਹੋਣੇ ਆ ਹਜੇ। ਮੈਨੂੰ ਕਿਸੇ ਨੇ ਇਹ ਫੋਨ ਕਰਕੇ ਵੀ ਨਹੀਂ ਕਿਹਾ ਵੀ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਆ, ਤੁਹਾਨੂੰ ਕੋਈ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜੇ ਆ, ਜਾਂ ਜਿੱਦਾਂ ਵੀ ਤੁਹਾਨੂੰ ਲੋੜ ਹੋਵੇ। ਕਿਸੇ ਨੇ ਸਾਨੂੰ ਪੁੱਛਿਆ ਹੀ ਤੱਕ ਨਹੀਂ ਹੈਗਾ। ਫਿਰ ਅਸੀਂ ਸਰਕਾਰਾਂ ਤੋਂ ਕੀ ਉਮੀਦ ਰੱਖ ਸਕਦੇ ਆਂਗੇ? ਇੱਕ ਹੋਰ ਦੇਖਿਓ, ਚਲੋ 18 'ਚ ਤੁਸੀਂ ਸਰਪੰਚੀ ਕੀਤੀ, ਅਨਫੋਰਚੂਨੇਟਲੀ 2020 ਦੇ ਵਿੱਚ ਆ ਕੇ ਤੁਹਾਡੇ ਪਤੀ ਦੀ ਡੈਥ ਹੁੰਦੀ ਆ। ਤਾਂ ਮੈਂ ਪਿੰਡ ਦੇ ਵਿੱਚ ਜਦੋਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਉਹ ਤਾਂ ਇਹ ਕਹਿੰਦੇ ਸ਼ੁਰੂ ਤੋਂ ਹੀ ਸਰਪੰਚੀ ਇਹ ਖੁਦ ਕਰਦੇ ਨੇ। ਨਹੀਂ ਅਕਸਰ ਦੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਔਰਤਾਂ ਸਰਪੰਚ ਹੁੰਦੀਆਂ ਨੇ, ਉਹ ਤਾਂ ਬਸ ਨਾਂ ਦੀਆਂ ਗੂਠੇ ਜਾਂ ਸਾਈਨ ਵਾਲੀਆਂ ਹੁੰਦੀਆਂ ਨੇ, ਤਾਂ ਸਰਪੰਚੀ ਤਾਂ ਬੰਦੇ ਹੀ ਕਰਦੇ ਹੈਗੇ। ਪਰ ਉਹ ਕਹਿੰਦੇ ਵੀ ਸਾਡੀ ਸਰਪੰਚ ਤਾਂ ਰੱਲੇ ਨਾਲ ਆਪ ਸਰਪੰਚੀ ਕੀਤੀ ਨੇ। ਸਰ ਬਿਲਕੁਲ ਸਹੀ। ਮੇਰੇ ਹਸਬੈਂਡ ਬਹੁਤ ਨਰਮ ਸੁਭਾਅ ਦੇ ਸੀਗੇ, ਬਹੁਤ ਵਧੀਆ ਇਨਸਾਨ ਸੀਗੇ। ਉਹਨਾਂ ਨੇ ਕਦੇ ਵੀ ਮੈਨੂੰ ਇਦਾਂ ਨਹੀਂ ਕਿਹਾ ਹੈਗਾ ਵੀ ਤੁਸੀਂ ਘਰੇ ਬੈਠੋ ਮੈਂ ਬਾਹਰ ਜਾਣਾਗਾ। ਉਹ ਜਿੱਥੇ ਵੀ ਜਾਂਦੇ ਸੀਗੇ ਮੈਨੂੰ ਨਾਲ ਲੈ ਕੇ ਜਾਂਦੇ ਸੀ। ਉਹਨਾਂ ਦੀ ਸਭ ਤੋਂ ਵੱਡੀ ਸਪੋਰਟ ਮੈਨੂੰ ਇਹੀ ਸੀ। ਜੇ ਮੈਂ ਅੱਜ ਸਰਪੰਚੀ ਕਰ ਰਹੀ ਹਾਂ ਜਾਂ ਉਸ ਟਾਈਮ ਤੇ ਮੈਂ ਉਹਨਾਂ ਦੀ ਬਦੌਲਤ ਕਰ ਰਹੀ ਹਾਂ, ਕਿਉਂਕਿ ਉਹਨਾਂ ਨੇ ਹਰ ਇੱਕ ਫੀਲਡ ਦੇ ਵਿੱਚੋਂ ਮੈਨੂੰ ਕੱਢ ਦਿੱਤਾ ਸੀਗਾ ਵੀ ਜਿੱਥੇ ਆਪ ਬਹਿੰਦੇ ਸੀ ਉਹਨਾਂ ਨੇ ਉੱਥੇ ਮੈਨੂੰ ਬਿਠਾਇਆ ਸੀ। ਤਾਂ ਹੀ ਅੱਜ ਮੈਂ ਇੰਨੀ ਦਲੇਰੀ ਨਾਲ ਸਰਪੰਚੀ ਕਰਾਂ। ਇਹ ਸਾਰੀ ਬਦੌਲਤ ਮੇਰੇ ਹਸਬੈਂਡ ਦੀ ਹੈ। ਤੇ ਹੋਰ ਜਿਹੜੀਆਂ ਲੇਡੀ ਸਰਪੰਚ ਨੇ, ਈਵਨ ਬੰਦੇ ਵੀ ਬਹੁਤੇ ਦਲੇਰ ਨਹੀਂ ਹੈਗੇ, ਇੰਨੀ ਦਲੇਰੀ ਨਾਲ ਸਰਪੰਚੀ ਨਹੀਂ ਕਰਦੇ। ਤਸਕਰਾਂ ਸਾਹਮਣੇ ਤਾਂ ਵੱਡੇ ਜਦੋਂ ਸਰਕਾਰਾਂ ਚੁੱਪ ਹੋ ਜਾਂਦੀਆਂ ਨੇ ਤਾਂ ਸਰਪੰਚਾਂ ਦੀ ਤਾਂ ਜ਼ਰੂਰਤ ਕੀ ਆ? ਤੇ ਫਿਰ ਉਹਨਾਂ ਸਰਪੰਚਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਇਹੀ ਦਲੇਰੀ ਭਰਿਆ ਸੁਨੇਹਾ ਮੈਂ ਚਾਹੁੰਦਾ ਉਹਨਾਂ ਸਰਪੰਚਾਂ ਨੂੰ ਵੀ ਦੇ ਦਿਓ ਤਾਂ ਜੋ ਪੰਜਾਬ ਬਚ ਜੇ? ਮੈਂ ਬਸ ਵੀਰ ਤੁਹਾਨੂੰ ਸਾਰਿਆਂ ਨੂੰ, ਭੈਣਾਂ ਜੋ ਸਰਪੰਚ ਨੇ, ਵੀਰ ਸਰਪੰਚ ਨੇ, ਮੈਂ ਇਹੀ ਗੱਲ ਕਹੂੰ, ਤੁਹਾਡੀ ਇੱਕ ਕਲਮ ਆ, ਠੀਕ ਆ। ਅੱਜ ਤੁਹਾਡੇ ਕੋਲ ਪਾਵਰ ਆ, ਤੁਹਾਡੇ ਕੋਲ ਡੀਸੀ ਜਿੰਨੀ ਪਾਵਰ ਆ, ਤੁਹਾਡੀ ਮੋਹਰ ਆ ਅੱਜ ਕੋਲ। ਅੱਜ ਤੁਸੀਂ ਆਪਦੀ ਮੋਹਰ ਦਾ ਜਾਂਦੇ 1.5 ਸਾਲ ਰਹਿ ਗਿਆ, 1.5 ਸਾਲ ਜਾਂਦੇ ਜਾਂਦੇ ਚ ਇਹੋ ਜਿਹਾ ਕਮਾਲ ਕਰ ਜੋ ਵੀ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਂ ਰਹੇ, ਤੁਹਾਡੀ ਸਰਪੰਚੀ ਦਾ ਨਾਂ ਰਹੇ। ਤੁਸੀਂ ਇੱਕ ਇੱਕ ਮਤਾ ਇੰਨਾ ਵਧੀਆ ਪਾ ਕੇ ਜਾਓ, ਜੋ ਮੈਂ ਅਨਾਊਂਸ ਕੀਤਾ ਵੀ ਮਤਾ ਪਾ ਕੇ ਜਾਓ। ਪਿੰਡ ਦੇ ਵਿੱਚ ਅਸੀਂ ਨਸ਼ਾ ਵੇਚਣ ਵਾਲੇ ਨਹੀਂ ਰਹਿਣ ਦੇਣੇ ਹੈਗੇ। ਜੋ ਉਹਨਾਂ ਦੀ ਕੋਈ ਹੈਲਪ ਕਰੂ ਅਸੀਂ ਉਹਨਾਂ ਦੇ ਵਿਰੁੱਧ ਵੀ ਤੁਸੀਂ ਮਤਾ ਪਾਵੋ। ਘੱਟੋ ਘੱਟ ਜਾਂਦੇ ਜਾਂਦੇ ਇੰਨਾ ਵਧੀਆ ਕੰਮ ਕਰ ਦਿਓ ਵੀ ਤੁਹਾਡੀ ਰਹਿੰਦੀਆਂ ਸਰਪੰਚੀਆਂ ਤੱਕ ਤੁਹਾਡਾ ਨਾਂ ਰਹੇ। ਮੈਂ ਇੱਕ ਬੜੀ, ਤੁਸੀਂ ਤੁਹਾਡਾ ਮੈਂ ਭਾਸ਼ਣ ਸੁਣ ਰਿਹਾ ਸੀ, ਇੱਕ ਬੜੀ ਤੁਸੀਂ ਇੰਪੋਰਟੈਂਟ ਗੱਲ ਆਖੀ ਕਿ ਜਿਹੜਾ ਵੀ ਇਹਨਾਂ ਦੀ ਜ਼ਮਾਨਤ ਕਰਾਏਗਾ ਪਿੰਡ ਵੀ ਉਹਦੇ ਨਾਲ ਨਹੀਂ ਖੜੇਗਾ। ਹਾਂਜੀ ਬਿਲਕੁਲ ਸਹੀ ਆ। ਅਸੀਂ ਇਹ ਡਿਸੀਜਨ ਲੈਤਾ ਗਾ ਵੀ ਉਹਨਾਂ ਨੂੰ ਵੀ ਅਸੀਂ ਪਿੰਡੋਂ ਬਾਹਰ ਕੱਢਾਂਗੇ। ਜੋ ਉਹਨਾਂ ਦੀ ਜ਼ਮਾਨਤ ਕਰਾਉਣ ਜਾਊਗਾ ਉਹਨੂੰ ਵੀ ਬਾਹਰ ਕੱਢਾਂਗੇ। ਉਹਦੀ ਜ਼ਮੀਨ ਜਾਇਦਾਦ ਜੋ ਵੀ ਆ ਪੰਚਾਇਤੀ ਤੌਰ ਤੇ ਪੰਚਾਇਤ ਨੂੰ ਜਾਊਗੀ। ਉਹ ਚਾਹੇ ਉਹ 1 ਕਿੱਲੇ ਦਾ ਮਾਲਕ ਆ, ਚਾਹੇ ਟਰੈਕਟਰ ਦਾ ਮਾਲਕ ਆ, ਨਿੱਕੀ ਮੋਟੀ ਜੋ ਵੀ ਚੀਜ਼ ਦਾ ਮਾਲਕ ਆ ਉਹ ਪੰਚਾਇਤੀ ਤੌਰ ਤੇ ਜਾਊਗਾ ਤੇ ਉਹ ਪਰਿਵਾਰ ਪਿੰਡੋਂ ਬਾਹਰ ਜਾਊਗਾ। ਇੱਕ ਤਰ੍ਹਾਂ ਨਾਲ ਜਿਵੇਂ ਕਹਿੰਦੇ ਆ ਵੀ ਪੂਰਾ ਪਿੰਡ, ਜਦੋਂ ਭਾਂਡਾ ਪੰਜਾਬੀ 'ਚ ਕਹਿੰਦੇ ਨਾ ਭਾਂਡਾ ਤਿਆਗ ਦੂਗਾ, ਪਿੰਡ ਉਹਨਾਂ ਨੂੰ ਇਸ ਤਰ੍ਹਾਂ। ਬਿਲਕੁਲ ਬਿਲਕੁਲ ਸਰ, ਇਦਾਂ ਹੀ ਅਸੀਂ ਜਾਣ ਕੇ ਸਾਰਾ ਪਿੰਡ ਉਹਨਾਂ ਨੂੰ ਤਿਆਗਾਂਗੇ। ਇਹ ਨੌਜਵਾਨ, ਮੇਰੇ ਪਿੰਡ ਦੇ ਨੌਜਵਾਨਾਂ ਦੀ ਮੰਗ ਸੀ ਵੀ ਸਰਪੰਚ ਸਾਹਿਬ ਤੁਸੀਂ ਮਤਾ ਪਾ ਕੇ ਦਿਓ, ਤੁਸੀਂ ਮਤਾ ਪਾਓ। ਤੁਸੀਂ ਇਹ ਮੈਂ ਆਪਣੇ ਨੌਜਵਾਨਾਂ ਨੂੰ, ਪਿੰਡ ਵਾਲਿਆਂ ਨੂੰ ਇਹ ਕਹਿਤਾ ਸੀ ਵੀ ਹਾਂ ਮੈਂ ਵਿਸ਼ਵਾਸ ਦਿੰਦੀ ਹਾਂ, ਮੈਂ ਤੁਹਾਨੂੰ ਮਤਾ ਪਾ ਕੇ ਦਿਓ। ਉਸੇ ਟਾਈਮ ਅਸੀਂ ਬਹਿ ਕੇ ਇਹ ਮਤਾ ਪਾਇਆ। ਅਸੀਂ ਮਤਾ ਉਸ ਟਾਈਮ ਪਾ ਕੇ ਉਸ ਤੋਂ ਬਾਅਦ ਅਨਾਊਂਸ ਕੀਤਾ ਗਾ ਮੀਡੀਆ ਸਾਹਮਣੇ। ਅੱਛਾ, ਤੇ ਦੂਜਾ ਇਹ ਸੀ ਕਿ ਤੁਸੀਂ ਆਖ ਰਹੇ ਸੀ ਕਿ ਜ਼ਿਆਦਾਤਰ ਦੇ ਭਾਵੇਂ ਅਫਸਰ ਨੇ ਭਾਵੇਂ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਜਵਾਕ ਬਾਹਰ ਪੜ੍ਹਦੇ ਨੇ। ਇੱਥੇ ਚਿੱਟਾ ਕਿਉਂ ਵਿਕਦਾ? ਕਿਉਂਕਿ ਇੱਥੇ ਉਹਨਾਂ ਦੇ ਜਵਾਕ ਨਹੀਂ ਹੈਗੇ। ਜੇ ਹੈਗੇ ਨੇ ਤਾਂ ਪੰਜਾਬ ਤੋਂ ਹੀ ਬਾਹਰ ਪੜ੍ਹਦੇ ਨੇ ਵੱਡੇ ਵੱਡੇ ਸਕੂਲਾਂ 'ਚ, ਉਹਨਾਂ ਦੇ ਜਵਾਕ ਕਹਿਣ ਦਾ ਭਾਵ ਸੇਫ ਨੇ। ਤੇ ਇੱਥੇ ਤਾਂ ਜਿਹੜੇ ਆਮ ਵਿਚਾਰੇ ਆਮ ਪਬਲਿਕ ਦੇ ਜਵਾਕ ਨੇ ਉਹ ਮਰਦੇ ਨੇ ਨਸ਼ੇ ਨਾਲ। ਬਿਲਕੁਲ ਸਹੀ। ਮੈਂ ਉਸ ਟਾਈਮ ਇਹੀ ਗੱਲ ਕਹੀ ਸੀ ਵੀ ਭਰਾਵੋ ਜੇ ਘੱਟੋ ਘੱਟ ਤੁਹਾਡੇ ਬੱਚੇ ਬਾਹਰ ਨੇ। ਹੁਣ ਦੇਖੋ
ਐਸੀ ਕੈਟਾਗਰੀ ਨੂੰ ਬਿਲੋਂਗ ਕਰਦਾ, ਕੋਈ ਬੀਸੀ ਨੂੰ ਮੈਨੂੰ ਐਂ ਦੱਸੋ ਸਰ, ਕਿਹੜਾ ਬੰਦਾ ਆਪਦੇ ਇੱਕ ਬੱਚੇ, ਕਿਸੇ ਦੇ 2 ਬੱਚੇ, ਮੈਨੂੰ ਐਂ ਦੱਸੋ 20-20 ਲੱਖ ਰੁਪਈਆ ਕਿਹੜਾ ਨਾਰਮਲ ਗਰੀਬ ਪਰਿਵਾਰ ਦਾ ਲਾ ਦੂਗਾ ਕੋਈ? ਉਹਨਾਂ ਨੇ ਤਾਂ ਇੱਥੇ ਹੀ ਕਮਾਉਣਾ, ਵਿਚਾਰਿਆਂ ਨੇ ਇੱਥੇ ਹੀ ਦੁਕਾਨਾਂ ਤੇ। ਜਦੋਂ ਹੁਣ ਉਹ 12-13 ਸਾਲ ਦਾ ਬੱਚਾ ਜਾ ਕੇ ਨਸ਼ੇ 'ਚ ਪੈ ਜਾਊਗਾ, ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕੱਲ ਨੂੰ ਕੰਮ ਕਰਨ ਜੋਗਾ ਹੈਗਾ ਗਾ ਕੋਈ? ਚਿੱਟੇ ਵਾਲੇ ਦੀ ਮਨਿਆਦ ਤਾਂ ਘੱਟੋ ਘੱਟ ਸਾਲ ਦੀ ਵੀ ਨਹੀਂ ਹੈਗੀ ਸਰ, ਤੁਹਾਨੂੰ ਆਪ ਪਤਾ ਗਾ। ਨਾਲੇ ਦੂਜੀ ਗੱਲ ਇਹ ਵੀ ਆ ਵੀ ਚਲੋ 20 ਲੱਖ ਹੋਵੇ ਵੀ ਅਸੀਂ ਸਾਰੇ ਜਣੇ ਪੰਜਾਬ ਛੱਡ ਕੇ ਬਾਹਰ ਥੋੜੀ ਜਾ ਸਕਦੇ ਆ, ਠੀਕ ਹੈ, ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਨੇ, ਕਿਸੇ ਦਾ ਸ਼ੌਂਕ ਹੁੰਦਾ, ਪਰ ਅਸੀਂ ਨਸ਼ੇ ਤੋਂ ਡਰਦੇ, ਸਿਸਟਮ ਦੇ ਫੇਲਿਅਰ ਕਰਕੇ ਪੰਜਾਬ ਛੱਡ ਕੇ ਬਾਹਰ ਥੋੜੀ ਜਾ ਸਕਦੇ ਆ, ਇਹ ਵੀ ਤਾਂ ਅਸੀਂ ਸਾਹਮਣਾ। ਬਿਲਕੁਲ ਸਹੀ ਤੁਹਾਡੀ ਗੱਲ ਸਰ, ਬਿਲਕੁਲ ਰਾਈਟ ਆ। ਹੁਣ ਜੇ ਆਪਾਂ ਆਪਣੇ ਬੱਚੇ +2 ਕਰਾ ਕੇ ਜਦੀ ਬਾਹਰ ਨੂੰ ਭੇਜਦੇ ਹਾਂ, ਵੀ ਕਿਉਂ ਭੇਜਦੇ ਹਾਂ? ਜੇ ਸਾਡਾ ਇੱਥੇ ਦਾ ਪ੍ਰਸ਼ਾਸਨ ਕਿਤੇ ਨਾ ਕਿਤੇ ਗਲਤ ਪੈ ਰਿਹਾ, ਸਾਡੀਆਂ ਸਰਕਾਰਾਂ ਗਲਤ ਪੈ ਰਹੀਆਂ, ਉਹਦੀ ਵਜ੍ਹਾ ਨਾਲ ਅਸੀਂ ਆਪਦੇ ਬੱਚੇ ਬਾਹਰ ਭੇਜਦੇ ਹਾਂ। ਜੇ ਸਾਨੂੰ ਸਾਰਾ ਕੁਝ ਹੀ ਇੱਥੋਂ ਮਿਲੇ, ਸਾਨੂੰ ਆਪਦੇ ਬੱਚੇ ਬਾਹਰ ਤੋਰਨ ਦੀ, ਕਈ ਬੱਚੇ ਇੱਦਾਂ ਦੇ ਹੁੰਦੇ ਆ, ਆਪਦੇ ਮਾਂ ਦੀ ਡੈਥ ਹੋ ਜਾਂਦੀ ਆ, ਪਿਓ ਦੀ ਡੈਥ ਹੋ ਜਾਂਦੀ ਆ, ਕੋਈ ਮੰਦਭਾਗੀ ਘਟਨਾ ਹੋ ਜਾਂਦੀ ਹੈ, ਕੋਈ ਵਿਆਹ ਸ਼ਾਦੀ ਆ, ਉਹ ਆਪ ਨਹੀਂ ਸਕਦੇ ਹੈਗੇ। ਜੇ ਸਾਡੇ ਬੱਚੇ ਨੂੰ ਇੱਥੇ ਹੀ ਰੁਜ਼ਗਾਰ ਮਿਲੇ, ਸਾਨੂੰ ਆਪਣੇ ਬੱਚੇ ਬਾਹਰ ਤੋਰਨ ਦੀ ਕੀ ਲੋੜ ਆ ਗਈ? ਜੇ ਸਾਡਾ ਆਪਦਾ ਪ੍ਰਸ਼ਾਸਨ, ਨਸ਼ੇ ਪੱਤੇ ਤੋਂ ਅਸੀਂ ਰਹਿਤ ਹੋਈਏ, ਤਾਂ ਸਾਨੂੰ ਲੋੜ ਹੀ ਨਹੀਂ ਹੈਗੀ ਆਪਦੇ ਆਪ ਨੂੰ ਬਾਹਰ ਤੋਰਨ ਦੀ। ਅਸੀਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਪਦੇ ਬੱਚੇ ਬਾਹਰ ਤੋਰ ਰਹੇ ਹਾਂਗੇ। ਮੈਂ ਚਾਹੂੰਗਾ ਅਖੀਰ ਤੇ ਇੱਕ ਸੁਨੇਹਾ ਤੁਸੀਂ ਪੰਜਾਬ ਸਰਕਾਰ ਨੂੰ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ, ਜਿਨ੍ਹਾਂ ਦਾ ਦਾਅਵਾ ਬਹੁਤ ਵੱਡਾ ਸੀ ਕਿ ਅਸੀਂ ਆ ਗਏ ਤਾਂ ਪੰਜਾਬ ਰੰਗਲਾ ਪੰਜਾਬ ਬਣਾਉਣਾ, ਹਾਲਾਂਕਿ ਨਸ਼ੇ ਵਾਲਾ ਮੁੱਦਾ ਜਿਉਂ ਦਾ ਤਿਉਂ ਆ, ਜਿਵੇਂ ਤੁਸੀਂ ਕਿਹਾ ਕਿ ਵਧਿਆ। ਇੱਕ ਸੁਨੇਹਾ ਭਗਵੰਤ ਸਿੰਘ ਮਾਨ ਨੂੰ ਕੀ ਦੇਣਾ ਚਾਹੁੰਦੇ ਹੋ? ਮੈਂ ਸਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਹੀ ਸੁਨੇਹਾ ਦੇਵਾਂਗੀ, ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਾਡੇ ਪੰਜਾਬ ਨੂੰ ਦੁਬਾਰਾ ਨਸ਼ੇ ਤੋਂ ਮੁਕਤ ਕਰ ਦਿਓ। ਇਸ ਨੂੰ ਇਹ ਪੰਜਾਬ ਨੂੰ ਕਹਿੰਦੇ ਹੁੰਦੇ ਸੀ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਸੀ। ਮੈਂ ਤੁਹਾਡੇ ਤੋਂ ਆਸ ਰੱਖਦੀ ਹਾਂ, ਤੁਹਾਡੀ ਤਾਂ ਹਜੇ ਸ਼ੁਰੂਆਤ ਆ, ਚਲੋ ਮੈਂ ਆਸ ਰੱਖਦੇ ਤੁਸੀਂ 5 ਸਾਲਾਂ 'ਚ ਸਾਡੀ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵੋਗੇ। ਸਾਨੂੰ ਬਹੁਤ ਵਿਸ਼ਵਾਸ ਆ ਤੁਹਾਡੇ ਤੇ। ਮਾਨ ਸਾਹਿਬ, ਸਾਡੇ ਪੰਜਾਬ ਨੂੰ ਸਾਂਭ ਲਓ। ਇੱਕ ਚੇਤਾਵਨੀ ਉਹਨਾਂ ਸਮਗਲਰਾਂ ਨੂੰ ਜਿਹੜੇ ਪਿੰਡ ਦੇ ਵਿੱਚ ਸਮਗਲਿੰਗ ਕਰਦੇ ਨੇ ਜਾਂ ਇਸ ਪਿੰਡ ਨੂੰ ਖਰਾਬ ਕਰਨਾ ਚਾਹੁੰਦੇ ਨੇ। ਮੈਂ ਆਪਣੇ ਪਿੰਡ ਨੂੰ ਨਹੀਂ ਕਹੂੰ, ਮੈਂ ਸਾਰੇ ਪੰਜਾਬ ਦੇ ਸਮਗਲਰਾਂ ਨੂੰ ਕਹਿੰਦੀ ਹਾਂ, ਪਲੀਜ਼ ਵੀਰ ਮੇਰੀ ਤੁਹਾਨੂੰ ਇੱਕ ਨਸੀਹਤ ਆ ਵੀ ਤੁਸੀਂ ਵੀ ਕਿਸੇ ਮਾਮਾ ਦੇ ਪੁੱਤ ਹੋ, ਤੁਹਾਡੇ ਵੀ ਬੱਚੇ ਹੋਣਗੇ, ਤੁਸੀਂ ਆਪਣੇ ਬੱਚਿਆਂ ਲਈ ਸੋਚ ਕੇ ਦੇਖੋ। ਘੱਟੋ ਘੱਟ ਆਪਦੇ ਬੱਚਿਆਂ ਤੇ ਲਾ ਕੇ ਦੇਖੋ, ਤੁਸੀਂ ਕਿਸੇ ਮਾਮਾ ਦੇ ਪੁੱਤ ਮਾਰਦੇ ਹੋ, ਉਹਨਾਂ ਸਾਹਮਣੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹੁੰਦੀਆਂ ਨੇ, ਉਹ ਕਿੱਦਾਂ ਆਪਦੇ ਆਪ ਨੂੰ ਫੀਲ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇ। ਪਲੀਜ਼ ਇਹ ਕੰਮ ਬੰਦ ਕਰ ਦਿਓ। ਕਮਾਈ ਦੇ ਹੋਰ ਵੀ ਬਹੁਤ ਸਾਧਨ ਨੇਗੇ, ਠੀਕ ਆ, ਆਪਦੇ ਹੱਥੀਂ ਦੀ ਕਮਾਈ ਕਰਕੇ ਘੱਟੋ ਘੱਟ ਤੁਹਾਨੂੰ ਨੀਂਦ ਤਾਂ ਚੱਲਦੀ ਆ ਜੋ ਤੁਸੀਂ ਪੰਜਾਬ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਜਿੱਥੇ ਤੁਸੀਂ ਦੇਣ ਜਾਂਦੇ ਹੋ, ਘੱਟੋ ਘੱਟ ਤੁਸੀਂ ਕਿੰਨੇ ਪੁੱਤ ਮਾਰਦੇ ਹੋਵੋਗੇ ਮਾਵਾਂ ਦੇ ਦਿਲਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਹਾਂ ਲੱਗੂਗੀ ਤੁਹਾਨੂੰ। ਬਸ ਮੈਂ ਇਹੀ ਕਹਿੰਦੀ, ਆਪਦੀ 10 ਨੌਹਾਂ ਦੀ ਕਿਰਤ ਕਮਾਈ ਕਰਕੇ ਖਾਣ ਲੱਗ ਜਾਓ, ਕਿਸੇ ਮਾਵਾਂ ਦੇ ਪੁੱਤ ਨਾ ਮਾਰੋ। ਇਹ ਜਿਹੜੇ ਸਾਰੇ ਪਿੰਡ ਵਾਸੀ ਬੈਠੇ ਨੇ ਜਾਂ ਹੋਰ ਵੀ ਪੂਰਾ ਪਿੰਡ ਆ, ਜਦੋਂ ਤੁਸੀਂ ਇਦਾਂ ਸਿੱਧਾ ਸਮਗਲਰਾਂ ਨਾਲ ਤੁਹਾਡੀ ਟੱਕਰ ਆ ਤਾਂ ਤੁਹਾਡੇ ਨਾਲ ਖੜਦੇ ਨੇ, ਡਟ ਕੇ ਕਹਿੰਦੇ ਖੜੇ ਆ? ਹਾਂਜੀ ਵੀਰ ਜੀ, ਜਿਸ ਦਿਨ ਤੋਂ ਅਸੀਂ, ਹਾਂਜੀ ਬਿਲਕੁਲ, ਜਿਸ ਦਿਨ ਤੋਂ ਅਸੀਂ ਇਹ ਚੀਜ਼ ਲਾਗੂ ਕੀਤੀ ਆ, ਮੇਰੇ ਪਿੰਡ ਦੇ ਸਾਰੇ ਨੌਜਵਾਨ ਵੀਰ, ਮੇਰੇ ਸਿਆਣੇ ਬਜ਼ੁਰਗ, ਸਾਰਿਆਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਆ ਵੀ ਤੁਹਾਨੂੰ ਜਿੱਥੇ ਵੀ ਮੇਰੀ ਲੋੜ ਆ, ਜਿੱਥੇ ਵੀ ਸਾਡੀ ਲੋੜ ਆ, ਅਸੀਂ ਤੁਹਾਡੇ ਨਾਲ ਖੜੇ ਆ, ਕਿਤੇ ਜਾਣਾ ਕਿਤੇ ਆਉਣਾ। ਮੇਰਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ। ਜੇ ਅੱਜ ਮੈਂ ਇੰਨੇ ਹੌਸਲੇ ਨਾਲ ਤੁਹਾਡੇ ਨਾਲ ਗੱਲ ਕਰ ਰਹੀ ਤਾਂ ਸਿਰਫ ਇਹ ਮੇਰੇ ਪਿੰਡ ਦੇ ਨੌਜਵਾਨ ਦਾ, ਮੇਰੇ ਪਿੰਡ ਦੇ ਸਿਆਣੇ ਬਜ਼ੁਰਗਾਂ ਜਾਂ ਭੈਣਾਂ ਬੀਬੀਆਂ ਦਾ, ਸਭ ਦੇ ਹੌਸਲੇ ਨਾਲ ਮੈਂ ਤੁਹਾਡੇ ਸਾਹਮਣੇ ਬੈਠੀ ਆਂਗੀ। ਸ਼ੁਕਰੀਆ ਜੀ, ਧੰਨਵਾਦ। ਦੇਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਆ, ਅਸੀਂ ਵੀ ਅਪੀਲ ਹੀ ਕਰ ਸਕਦੇ ਆ ਤੇ ਕਰਨਾ ਤੁਸੀਂ, ਅਮਲ ਤੁਸੀਂ ਕਰਨਾ। ਤੁਸੀਂ ਪਹਿਲਾਂ ਅਕਾਲੀ ਵੀ ਦੇਖੇ, ਕਾਂਗਰਸੀ ਵੀ ਦੇਖੇ ਆ, ਹੁਣ ਤੀਜੇ ਵੀ ਦੇਖ ਲਏ, ਨਵੇਂ ਬਦਲਾਅ ਵਾਲੇ ਵੀ। ਪੰਜਾਬ ਤੁਸੀਂ ਬਚਾਉਣਾ, ਆਪਣਾ ਆਪਣਾ ਪਿੰਡ ਸਾਂਭ ਲਓ, ਪੰਜਾਬ ਬਚ ਜੂਗਾ। ਨਹੀਂ ਇਹਨਾਂ ਨੇ, ਲੀਡਰਾਂ ਨੇ ਆਪਣੇ ਜਵਾਕ ਬਾਹਰ ਭੇਜ ਕੇ ਇੱਥੋਂ ਕਰੀਮ ਖਾ ਲੈਣੀ ਆ, ਇੱਥੇ ਆਪਣਾ ਸਾਰਾ ਕੁਝ ਇਹਨਾਂ ਨੇ ਬਣਾਈ ਜਾਣਾ। ਪੰਜਾਬ ਤੁਸੀਂ ਬਚਾਉਣਾ, ਸੋ ਬਚਾਓ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।